ਇਹ ਜੋ ਗਰੁੱਪ ਅੰਦਰ ਲਿਖਿਆ ਹੈ, ਇਹਦੇ ਦੁਆਰਾ ਤੁਹਾਨੂੰ ਅਧਿਆਤਮ ਦੇ ਮਾਰਗ 'ਤੇ ਚੱਲਣ ਦੀ ਸੋਝੀ ਮਿਲੇਗੀ। ਥੋੜ੍ਹਾ ਜਿਹਾ ਖਿਆਲ ਕਰੋ। ਲਿਖਿਆ ਹੈ, ਬਹੁਤ ਸਰਲ ਕਰਕੇ ਸਮਝਾਇਆ ਬਾਬਾ ਜੀ ਨੇ ਤਾਂ। ਮੂਰਖ ਮਨ ਹਰ ਰੋਜ਼ ਸੁਣ ਕੇ ਫਿਰ ਉਡਾਰੀ ਮਾਰ ਜਾਂਦਾ। ਜਿਵੇਂ ਬੋਲਾ ਹੁੰਦਾ, ਸੁੱਤਾ ਜਿਉ ਪਿਆ। ਮਿਹਰ ਦੀ ਦ੍ਰਿਸ਼ਟੀ ਕਰੋ ਜੀ, ਗੁਰ ਪ੍ਰਸਾਦ ਹੀ ਹੋਸ਼ ਆਉਣੀ। ਬੇਹੋਸ਼ੀ ਚੋਂ ਸਾਡੇ ਕੁਝ ਵਸ ਨਹੀਂ, ਆਪ ਜੀ ਦੀ ਕਿਰਪਾ ਹੀ ਵਰਤ ਰਹੀ ਆ। ਜੋ ਸਾਨੂੰ ਪਤਾ ਲੱਗਣ ਲੱਗ ਪਿਆ, ਜੋ ਸਾਨੂੰ ਪਤਾ ਲੱਗਣ ਲੱਗ ਗਿਆ ਮਨ ਭਜਦੇ ਦਾ। ਇਵੇਂ ਹੀ ਕਿਰਪਾ ਕਰਦੇ ਰਹੋ। ਬਾਬਾ ਜੀ ਬਹੁਤ ਬਹੁਤ ਧੰਨਵਾਦ। ਇਹ ਜੋ ਤੁਹਾਨੂੰ ਪਤਾ ਲੱਗਣ ਲੱਗ ਪਿਆ ਹੈ ਨਾ ਮਨ ਭਜਦੇ ਦਾ, ਤੇ ਸਮਝ ਲੈਣਾ ਚਾਹੀਦਾ ਹੈ ਵੀ ਤੁਸੀਂ ਅਧਿਆਤਮ ਦੇ ਮਾਰਗ 'ਤੇ ਚੱਲ ਪਏ ਹੋ। ਜਿਹੜਾ ਪਤਾ ਲੱਗਣਾ ਹੈ ਨਾ ਮਨ ਭਜਦੇ ਦਾ ਜਾਂ ਸੁੱਤੇ ਹੋਣ ਦਾ, ਵੀ ਤੁਸੀਂ ਤੇ ਬਹੁਤ ਸਰਲ ਕਰਕੇ ਸਮਝਾਉਂਦੇ ਹੋ, ਅਸੀਂ ਇੱਧਰ ਸੁੱਤੇ ਹੋਏ ਸੁਣਦੇ ਹੋਏ ਵੀ ਨਹੀਂ ਸੁਣ ਰਹੇ ਹਾਂ। ਜਿਵੇਂ ਮਨ ਬੋਲਾ ਹੁੰਦਾ, ਤੇ ਮਨ ਫਿਰ ਉਡਾਰੀ ਮਾਰ ਜਾਂਦਾ ਹੈ ਸੰਸਾਰ ਵਿੱਚ, ਫਿਰ ਭੱਜ ਜਾਂਦਾ ਹੈ। ਪਰ ਭੱਜਦੇ ਹੋਏ ਦਾ ਜਿਹੜਾ ਪਤਾ ਲੱਗ ਰਿਹਾ ਹੈ ਨਾ ਤੁਹਾਨੂੰ, ਇਹੋ ਹੀ ਹੈ ਇਸ ਮਾਰਗ 'ਤੇ ਚੱਲਣ ਦੀ ਪਹਿਲੀ ਸ਼ਰਤ ਕਹਿ ਲਓ। ਬਹੁਤ ਧਾਰਮਿਕ ਲੋਕ ਹਨ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਹੈ ਵੀ ਅਸੀਂ ਸੰਸਾਰ ਦੇ ਵਿੱਚ ਉਲਝੇ ਹੋਏ ਹਾਂ, ਫਸੇ ਹੋਏ ਹਾਂ। ਜਾਂ ਅਸੀਂ ਸੁੱਤੇ ਹੋਏ ਹਾਂ। ਇਹ ਪਤਾ ਥੋੜ੍ਹੀ ਲੱਗ ਰਿਹਾ ਹੈ। ਜਿੰਨਾ ਇਹ ਤੁਹਾਨੂੰ ਪਤਾ ਲੱਗ ਰਿਹਾ ਹੈ ਨਾ, ਇੰਨਾ ਆ ਜਿਹੜੇ ਵੱਡੇ ਵੱਡੇ ਪ੍ਰਚਾਰਕ ਹਨ ਨਾ, ਧਾਰਮਿਕ ਲੋਕ, ਇਹਨਾਂ ਨੂੰ ਵੀ ਨਹੀਂ ਲੱਗ ਰਿਹਾ ਹੈ ਵੀ ਅਸੀਂ ਸੁੱਤੇ ਹੋਏ। ਖਿਆਲ ਵਿੱਚ ਲਓ ਥੋੜ੍ਹਾ ਜਿਹਾ ਵੀ ਅਸੀਂ ਫਸੇ ਹੋਏ ਹਾਂ ਸੰਸਾਰ ਦੇ ਵਿੱਚ, ਮਨ ਫਸ ਰਿਹਾ ਹੈ। ਇਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ। ਕੱਲ੍ਹ ਇਹ ਇੱਥੇ ਕਮਾਈ ਕਹਿ ਰਹੀ ਸੀ ਵੀ ਮੈਨੂੰ ਅੰਕਲ ਜੀ ਕਹਿੰਦੇ ਹਨ ਵੀ ਤੂੰ ਤਾਂ ਐਵੇਂ ਚਲੇਗੀ ਹੈ ਇੱਥੇ। ਸਾਡਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਹੈ।
ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗ 'ਤੇ ਚੱਲ ਰਹੇ ਹਾਂ। ਤੇ ਮੈਨੂੰ ਖਿਆਲ ਆਇਆ ਵੀ ਮੈਂ ਜੋ ਬੋਲ ਰਿਹਾ ਹਾਂ, ਜਿਹੜੇ ਮਾਰਗ ਦੀ ਗੱਲ ਕਰ ਰਿਹਾ ਹਾਂ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹੈ। ਥੋੜ੍ਹਾ ਜਿਹਾ ਖਿਆਲ ਕਰੋ। ਵਾਰ ਵਾਰ ਪ੍ਰਮਾਣ ਦੇ ਕੇ ਵੀ ਮੈਂ ਤਾਂ ਸਮਝਾਉਣਾ ਵੀ ਤੁਹਾਨੂੰ ਖਿਆਲ ਵਿੱਚ ਆ ਸਕੇ ਵੀ ਉਹੋ ਹੀ ਗੱਲ ਕਹਿ ਰਿਹਾ ਹਾਂ ਜੋ ਬਾਬੇ ਨਾਨਕ ਨੇ ਕਹੀ ਸੀ। ਪਰ ਦੇਖੋ, ਇਹ ਬਜ਼ੁਰਗ ਹਨ ਤੇ ਬਹੁਤ ਸਮੇਂ ਤੋਂ ਬਹੁਤ ਉੱਚ ਕੋਟੀ ਦੇ ਸਾਧੂ ਮਹਾਤਮਾ ਵਿਦਵਾਨਾਂ ਦੀ ਸੰਗਤ ਵੀ ਕਰਦੇ ਰਹੇ ਹਨ, ਨਾਲ ਵੀ ਰਹੇ ਹਨ। ਬਹੁਤ ਜਾਣਕਾਰੀ ਹੈ ਧਰਮ ਦੀ। ਇਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਹੈ ਵੀ ਮੈਂ ਉਹੀ ਗੱਲ ਕਹਿ ਰਿਹਾ ਹਾਂ ਜੋ ਬਾਬੇ ਨਾਨਕ ਨੇ ਕਹੀ, ਵੀ ਮਾਰਗ ਤੇ ਉਹੋ ਹੀ ਹੈ। ਪਰ ਇਹ ਜੋ ਬਾਹਰ ਸਿੱਖ ਦੱਸ ਰਹੇ ਹਨ ਨਾ, ਉਸ ਮਾਰਗ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਸਮਝ ਰਹੇ ਹਨ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਜ਼ਿਆਦਾਤਰ ਸਿੱਖ ਇਉਂ ਹੀ ਸੋਚ ਰਹੇ ਹਨ ਵੀ ਜੋ ਸਾਨੂੰ ਦੱਸਿਆ ਜਾ ਰਿਹਾ ਹੈ ਉਹ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਹੈ, ਵੀ ਪਾਠ ਪੂਜਾ ਕਰ ਲਓ ਅਤੇ ਰਹਿਤਾਂ ਬਹਿਤਾਂ ਰੱਖ ਲਓ, ਤਾਂ ਉਹਨਾਂ ਨੂੰ ਹੀ ਉਹ ਬਾਹਰੋਂ ਸਿੱਖ ਹੋ ਜਾਓ। ਅਤੇ ਇਹੋ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ। ਗੁਰੂ ਦੇ ਸਿੱਖ ਹੋ ਗਏ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੋ ਗਏ, ਅਤੇ ਉਹਦੇ ਮਾਰਗ 'ਤੇ ਚੱਲ ਹੀ ਰਹੇ ਹਨ। ਫਿਰ ਸਾਰੇ ਸਿੱਖ ਚੱਲ ਰਹੇ ਹਨ, ਪਰ ਪਹੁੰਚਦਾ ਕੋਈ ਵੀ ਨਹੀਂ। ਕਿਉਂਕਿ ਇੱਥੋਂ ਨਿਕਲਣਾ ਤੇ ਤਾਂ ਹੀ ਅੱਗੇ ਜਾਣਗੇ ਨਾ, ਸੰਸਾਰ 'ਚੋਂ, ਝੂਠ 'ਚੋਂ। ਅਤੇ ਆ ਸੱਤ 'ਚੋਂ ਨਿਕਲਣ ਵਾਸਤੇ ਹੀ ਸਾਰਾ ਉਪਦੇਸ਼ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਾਂ ਬਾਬੇ ਨਾਨਕ ਦੇਵ ਜੀ ਦਾ ਕਹਿ ਲਓ। ਕੂੜ ਦੀ ਕੰਧ ਤੋੜਨ ਵਾਸਤੇ, ਕਿ ਕੂੜ ਹੈ ਟੁੱਟੇ ਪਾਰ। ਕੂੜ ਕੀ ਹੈ? ਝੂਠ ਕੀ ਹੈ? ਸੰਸਾਰ। ਆ ਸੱਤ ਹੈ ਨਾ, ਦੇਖ ਰਿਹਾ ਹੈ ਤੁਹਾਨੂੰ, ਹਰ ਵਕਤ ਹੀ ਮਰ ਰਿਹਾ ਹੈ। ਇੱਧਰ ਵੱਲ ਧਿਆਨ ਲੱਗ ਗਿਆ, ਆ ਸੱਤ ਵਿੱਚ ਧਿਆਨ ਲੱਗ ਗਿਆ ਤੁਹਾਡਾ। ਤੁਸੀਂ ਅਸੱਤ ਵਾਸਤੇ ਸੋਚਣ ਲੱਗ ਪਏ, ਤੋ ਸੋਚ ਦੁਬਾਰਾ ਹੀ ਵਿਚਾਰਾਂ ਦੀ ਕੰਧ ਬਣ ਗਈ। ਹੁਣ ਅੱਠੇ ਪੈਰ ਤੁਸੀਂ ਸੋਚ ਰਹੇ ਹੋ, ਸੋਚ ਸੰਸਾਰ ਦੀ ਰਹੇ ਹੋ। ਭਾਵੇਂ ਧਾਰਮਿਕ ਢੰਗ ਨਾਲ ਵੀ ਸੋਚ ਰਹੇ ਹੋ ਤਾਂ ਵੀ ਸੰਸਾਰ ਹੀ ਹੈ। ਸੋਚਣਾ ਸੰਸਾਰ ਹੈ। ਧਾਰਮਿਕ ਦੀ ਗੱਲ ਹੀ ਕੋਈ ਨਹੀਂ। ਹਾਂ, ਅਧਾਰਮਿਕ ਢੰਗ ਨਾਲ ਜਿਹੜੇ ਸੋਚਦੇ ਹਨ ਮਾਇਆ, ਧਨ, ਪ੍ਰਭੁਤਾ ਬਾਰੇ, ਉਹ ਜ਼ਿਆਦਾ ਫਸਦੇ ਹਨ। ਪਰ ਫਸਦੇ ਧਾਰਮਿਕ ਢੰਗ ਨਾਲ ਵੀ ਰੋਕ ਰਹੇ ਹਨ, ਧਰਮ ਬਾਰੇ ਸੋਚ ਰਹੇ ਹਨ। ਕੋਈ ਇਤਿਹਾਸ ਹੀ ਸੋਚੀ ਜਾਂਦਾ, ਕੋਈ ਧਾਰਮਿਕ ਸਥਾਨਾਂ ਬਾਰੇ ਸੋਚੀ ਜਾਂਦਾ, ਕੋਈ ਗੁਰਮਰਿਆਦਾ ਬਾਰੇ ਸੋਚੀ ਜਾਂਦਾ ਵੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿੱਦਾਂ ਦਾ ਰਹਿਣਾ ਚਾਹੀਦਾ ਸਿੱਖ ਨੂੰ, ਉੱਦਾਂ ਦਾ ਰਹਿ ਕੇ ਦਿਖਾ ਲੈਣਾ। ਅਤੇ ਸੋਚ ਵਿਚਾਰ ਤੇ ਬਾਹਰ ਹੀ ਜੁੜੀ ਹੋਈ ਸੰਸਾਰ ਨਾਲ, ਅਤੇ ਸੋਚ ਵਿਚਾਰ ਦੀ ਦੀਵਾਰ ਬਣ ਰਹੀ, ਅੱਠੇ ਪੈਰ ਚੱਲ ਰਹੀ। ਤੋ ਲੱਗਾ ਹੋਇਆ ਹੈ ਬਾਹਰ ਮਨ, ਉਲਝਿਆ ਹੋਇਆ। ਜਿੰਨਾ ਚਿਰ ਉਲਝਿਆ ਹੈ ਨਾ, ਉਨਾ ਚਿਰ ਉਲਝੇ ਹੋਏ ਦਾ ਪਤਾ ਵੀ ਨਹੀਂ ਲੱਗਦਾ ਹੈ। ਇਹ ਵੀ ਗੱਲ ਇੱਕ ਖਿਆਲ ਵਿੱਚ ਰੱਖਣ ਯੋਗ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਸੁੱਤੇ ਹੋਏ ਹਾਂ, ਇਹ ਪਤਾ ਉਹਨੂੰ ਹੀ ਲੱਗਦਾ ਹੈ ਸੁੱਤੇ ਹੋਣ ਦਾ ਜਿਹੜਾ ਥੋੜ੍ਹਾ ਜਿਹਾ ਜਾਗ ਕੇ ਦੇਖਦਾ ਹੈ।
ਨਹੀਂ ਤਾਂ ਜਿਹੜਾ ਸੁੱਤਾ ਹੀ ਹੋਇਆ ਹੈ ਬਿਲਕੁਲ ਹੀ ਗਹਿਰੀ ਨੀਂਦ, ਉਹਨੂੰ ਪਤਾ ਕਿਵੇਂ ਲੱਗੇਗਾ ਵੀ ਮੈਂ ਸੁੱਤਾ ਹੋਇਆ? ਇਹ ਵੀ ਤਾਂ ਤੁਸੀਂ ਸਮਝੋ ਨਾ, ਵੀ ਜਿਹੜਾ ਸੁੱਤਾ ਹੀ ਹੋਇਆ ਹੈ ਉਹਨੂੰ ਸੁੱਤੇ ਹੋਣ ਦਾ ਪਤਾ ਥੋੜ੍ਹੀ। ਇਸ ਕਾਰਨ ਬਹੁਤੇ ਲੋਕ ਇਹ ਮੰਨਦੇ ਹੀ ਨਹੀਂ ਹਨ ਅਸੀਂ ਸੁੱਤੇ ਹੋਏ ਹਾਂ, ਵਿਚਾਰਾਂ ਦੀ ਨੀਂਦ ਵਿੱਚ, ਅਤੇ ਮਨ ਭੱਜ ਰਿਹਾ ਹੈ, ਮਨ ਫਸਿਆ ਹੋਇਆ ਹੈ, ਸਮਝਦੇ ਹੀ ਨਹੀਂ ਹਨ। ਉਹਨਾਂ ਨੂੰ ਲੱਗਦਾ ਅਸੀਂ ਤਾਂ ਬਿਲਕੁਲ ਠੀਕ ਠਾਕ ਹਾਂ, ਧਾਰਮਿਕ ਲੋਕ ਹਾਂ, ਦੇਖੋ ਪਾਠ ਪੂਜਾ ਕਰਦੇ, ਧਾਰਮਿਕ ਢੰਗ ਨਾਲ ਜੀਂਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਬੁਰਾ ਨਹੀਂ ਕਹਿੰਦੇ, ਭਲੇ ਮਨੁੱਖ, ਆਦਰ ਸਤਿਕਾਰ ਮਿਲਦਾ ਹੈ, ਹਰ ਜਗ੍ਹਾ ਜਾਈਦਾ, ਸਾਧੂ ਮਹਾਤਮਾ ਪੈਰੀਂ ਹੱਥ ਲਾਉਂਦੇ, ਗੋਡੀਆਂ ਹੱਥ ਲਾਉਂਦੇ, ਆਓ ਜੀ ਬੈਠੋ ਜੀ, ਹੋਰ ਕੀ ਚਾਹੀਦਾ? ਅਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਅਤੇ ਠੀਕ ਠਾਕ ਹੀ ਹੈ, ਸੁੱਤੇ ਹੋਏ ਕਿੱਥੇ ਆ? ਅਤੇ ਇਹ ਪਤਾ ਥੋੜ੍ਹੀ ਲੱਗਦਾ ਹੈ ਸੁੱਤੇ ਹੋਏ ਮਨੁੱਖ ਨੂੰ। ਤੁਸੀਂ ਧਾਰਮਿਕ ਵਿਅਕਤੀ ਨੂੰ ਕਿਸੇ ਨੂੰ ਵੀ ਕਹਿ ਦਿਓ, ਉਹ ਮੰਨੇਗਾ ਹੀ ਨਹੀਂ। ਅਤੇ ਅਗਰ ਤੁਹਾਨੂੰ ਸੁੱਤੇ ਹੋਣ ਦਾ ਪਤਾ ਲੱਗ ਰਿਹਾ ਹੈ ਨਾ, ਅਤੇ ਸਮਝ ਲੈਣਾ ਚਾਹੀਦਾ ਹੈ ਵੀ ਵਿੱਚ ਥੋੜ੍ਹੀ ਥੋੜ੍ਹੀ ਜਾਗ ਆਉਣ ਲੱਗ ਪਈ, ਜਾਗ ਲੱਗ ਗਈ, ਤਾਂ ਹੀ ਪਤਾ ਲੱਗ ਰਿਹਾ ਹੈ ਨਾ। ਭਾਵੇਂ ਛਣ ਮਾਤਰ 'ਚ ਥੋੜ੍ਹਾ ਜਿਹਾ ਜਾਗੇ, ਥੋੜ੍ਹੀ ਜਿਹੀ ਹੋਸ਼ ਆਈ, ਥੋੜ੍ਹਾ ਜਿਹਾ ਖਿਆਲ ਆਇਆ, ਫਸੇ ਹੋਣ ਦਾ ਖਿਆਲ ਆਇਆ, ਉਲਝੇ ਹੋਣ ਦਾ ਖਿਆਲ ਆਇਆ, ਫਿਰ ਇਹ ਵੀ ਖਿਆਲ ਸਿਮਰਨੇ ਹੀ ਹੈ, ਕਿਉਂਕਿ ਇਹ ਵੀ ਖਿਆਲ ਜਾਗ ਕੇ ਹੀ ਥੋੜ੍ਹਾ ਜਿਹਾ ਆਉਂਦਾ ਹੈ। ਪਏ ਸੰਸਾਰ ਦੇ ਵਿੱਚ ਫਸੇ ਹੋਏ ਹਾਂ, ਉਲਝੇ ਹੋਏ ਹਾਂ, ਮਨ ਉਡਾਰੀ ਮਾਰ ਜਾਂਦਾ ਸੰਸਾਰ ਵਿੱਚ। ਇਹ ਪਤਾ ਕਿਹਨੂੰ ਲੱਗ ਰਿਹਾ ਹੈ ਮਨ ਉਡਾਰੀ ਮਾਰ ਜਾਂਦਾ? ਥੋੜ੍ਹੇ ਜਿਹੇ ਹੋਸ਼ ਵਿੱਚ ਆਏ ਤਾਂ ਹੀ ਪਤਾ ਲੱਗ ਰਿਹਾ ਹੈ ਨਾ। ਆਮ ਮਨੁੱਖ ਨੂੰ ਥੋੜ੍ਹੀ ਪਤਾ ਲੱਗਦਾ ਹੈ ਨਾ। ਅੱਜ ਹੀ ਇੱਕ ਗੁਰਮੁਖ ਪਿਆਰੇ ਦਾ ਟੈਲੀਫੋਨ ਆਇਆ ਸੀ, ਕਹਿੰਦਾ ਅਸੀਂ ਵਾਰ-ਵਾਰ ਸੰਸਾਰ 'ਚ ਫਸ ਜਾਂਦੇ ਹਾਂ, ਵੀ ਇੰਨਾ ਜ਼ਿਆਦਾ ਮਨ ਫਸ ਜਾਂਦਾ ਹੈ, ਉਲਝ ਜਾਂਦਾ ਹੈ, ਅਸੀਂ ਕਿਵੇਂ ਨਿਕਲਾਂਗੇ? ਫਿਰ ਕਹਿੰਦਾ ਹੈ ਵੀ ਤੁਹਾਨੂੰ ਸੁਣ ਕੇ ਧਿਆਨ ਵੀ ਗਹਿਰਾ ਹੋਇਆ ਸੀ, ਨਿਰਵਿਚਾਰਤਾ ਦਾ ਰਸ ਵੀ ਆਇਆ ਹੈ। ਉਹ ਕਹਿੰਦਾ ਹੈ ਰਸ ਐਸਾ ਹੈ ਵੀ ਕਿਹਾ ਨਹੀਂ ਜਾ ਸਕਦਾ। ਕਹਿੰਦਾ ਦੇਖੋ ਉਹ ਰਸ ਵੀ ਆ ਗਿਆ ਹੈ, ਫਿਰ ਵੀ ਮਨ ਸੰਸਾਰ ਦੇ ਵਿੱਚ ਕਹਿੰਦਾ ਫਸ ਰਿਹਾ। ਮੈਂ ਕਿਹਾ ਵੀ ਤੈਨੂੰ ਪਤਾ ਤਾਂ ਲੱਗ ਰਿਹਾ ਹੈ ਨਾ ਵੀ ਫਸ ਰਿਹਾ ਹੈ ਮਨ। ਆਮ ਮਨੁੱਖ ਨੂੰ ਤਾਂ ਇੰਨਾ ਵੀ ਨਹੀਂ ਨਾ ਪਤਾ ਲੱਗਦਾ ਹੈ ਵੀ ਮਨ ਫਸ ਰਿਹਾ ਹੈ। ਜਿਹੜਾ ਜੀ ਰਿਹਾ ਸੰਸਾਰ 'ਚ ਉਹਨੂੰ ਪਤਾ ਥੋੜ੍ਹੀ, ਕਿਸੇ ਨੂੰ ਨਹੀਂ ਪਤਾ ਲੱਗਦਾ, ਖਿਆਲ ਵਿੱਚ ਰੱਖੋ। ਅਤੇ ਅਗਰ ਪਤਾ ਲੱਗ ਰਿਹਾ ਹੈ ਵੀ ਫਸ ਰਿਹਾ ਹੈ, ਫਿਰ ਨਿਕਲਦਾ ਵੀ ਥੋੜ੍ਹਾ ਜਿਹਾ ਸਵਾਦ ਲਿਆ, ਅਤੇ ਸਮਝ ਲੈਣਾ ਚਾਹੀਦਾ ਹੈ ਤੁਸੀਂ ਆਮ ਸੰਸਾਰਿਕ ਵਿਅਕਤੀ ਨਾਲੋਂ ਅਲੱਗਾ ਹੋ ਗਏ। ਜਿਹੜਾ ਸੰਸਾਰ ਦੇ ਖਿਆਲਾਂ ਵਿੱਚ ਹੀ ਜੀ ਰਿਹਾ ਹੈ, ਉਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਉਲਝ ਰਿਹਾ। ਅਗਰ ਤੁਹਾਨੂੰ ਪਤਾ ਲੱਗ ਰਿਹਾ ਹੈ ਵੀ ਅਸੀਂ ਉਲਝ ਰਹੇ ਹਾਂ, ਅਤੇ ਕਾਫੀ ਕੁਛ ਪਤਾ ਲੱਗ ਰਿਹਾ, ਫਿਰ ਜਦੋਂ ਜ਼ਿਆਦਾ ਉਲਝ ਜਾਂਦੇ ਹੋ ਤੁਸੀਂ, ਉਦੋਂ ਦੁੱਖ ਵੀ ਪਾਉਂਦੇ ਹੋ, ਕਿਉਂਕਿ ਮਨ ਦੇ ਵਿਚਾਰ ਵੱਧ ਜਾਂਦੇ ਹਨ, ਤਣਾਅ ਹੁੰਦਾ ਹੈ, ਪਰੇਸ਼ਾਨ ਹੁੰਦੇ ਹੋ। ਫਿਰ ਤੁਹਾਨੂੰ ਖਿਆਲ ਵਿੱਚ ਆਉਂਦਾ ਹੈ ਵੀ ਉਲਝ ਗਏ, ਫਿਰ ਤੁਸੀਂ ਨਿਕਲੋਗੇ, ਖਿਆਲ ਕਰੋਗੇ ਵੀ ਵਾਪਸ, ਫਿਰ ਹੌਲੀ ਹੌਲੀ ਘੱਟ ਵਿਚਾਰ ਹੋਣਗੇ। ਇੱਦਾਂ ਹੌਲੀ ਹੌਲੀ ਜਾਗੋਗੇ। ਵਿਚਾਰਾਂ 'ਚ ਜ਼ਿਆਦਾ ਉਲਝ ਜਾਣਾ, ਸੌਂ ਜਾਣਾ ਹੈ,
ਜਿੰਨੇ ਘਟਦੇ ਗਏ ਵਿਚਾਰ, ਨਿਰਵਿਚਾਰਤਾ ਵੱਲ ਨੂੰ ਆਉਂਦੇ ਗਏ, ਓਨਾ ਹੀ ਜਾਗ ਜਾਣਾ ਹੈ। ਤਾਂ ਅਗਰ ਛਣ ਮਾਤਰ ਦੇ ਵਾਸਤੇ ਵੀ ਵਿਚਾਰ ਬੰਦ ਹੋ ਗਿਆ, ਤੁਹਾਨੂੰ ਖਿਆਲ ਆ ਗਿਆ ਵੀ ਫਸੇ ਹੋਏ ਆ, ਅਤੇ ਦੋਵੇਂ ਪੱਖ ਦਾ ਹੀ ਖਿਆਲ ਸਿਮਰਨਾ ਹੈ। ਅਗਰ ਸੰਸਾਰ ਦੇ ਵਿੱਚ ਫਸੇ ਹੋਣ ਦਾ, ਉਲਝੇ ਹੋਣ ਦਾ ਜਾਂ ਸੁੱਤੇ ਹੋਣ ਦਾ ਵੀ ਖਿਆਲ ਆ ਗਿਆ ਤੁਹਾਨੂੰ, ਅਤੇ ਤਾਂ ਵੀ ਤੁਸੀਂ ਜਾਗਣ ਵਾਲੇ ਪਾਸੇ ਨੂੰ ਚਲੇ ਗਏ। ਜਾਂ ਪਰਮਾਤਮਾ ਦੀ ਯਾਦ ਆ ਗਈ, ਤਾਂ ਵੀ ਤੁਸੀਂ ਜਾਗਣ ਵਾਲੇ ਪਾਸੇ ਨੂੰ ਚਲੇ ਗਏ। ਪਰ ਜਿਹੜੇ ਪਰਮਾਤਮਾ ਨੂੰ ਯਾਦ ਕਰਨ ਵਾਲੇ ਮਾਰਗ 'ਤੇ ਚੱਲਦੇ ਹਨ, ਉਹ ਸੰਸਾਰ 'ਚ ਜ਼ਿਆਦਾ ਫਸਦੇ ਹਨ, ਕਿਉਂਕਿ ਉਹ ਨਿਕਲਣ ਦਾ ਖਿਆਲ ਤਾਂ ਹੁੰਦਾ ਹੀ ਨਹੀਂ ਉਹਨਾਂ ਨੂੰ ਫਸੇ ਹੋਣ ਦਾ। ਉਹਨਾਂ ਨੂੰ ਸਿਰਫ ਯਾਦ ਕਰਨਾ ਹੈ, ਪਰਮਾਤਮਾ ਨੂੰ ਚਿੰਤਨ ਕਰਨਾ, ਸਿਮਰਨ ਕਰਨਾ, ਤਾਂ ਉਲਝੇ ਰਹਿੰਦੇ ਆ। ਪਰ ਇਹ ਜਿਹੜਾ ਦੂਸਰਾ ਹੈ ਧਿਆਨ, ਜਿਹੜਾ ਤੁਹਾਨੂੰ ਘਟ ਰਿਹਾ ਹੈ, ਮੈਂ ਵੀ ਰੋਜ਼ ਦੱਸ ਰਿਹਾ ਹਾਂ, ਉਹ ਹੀ ਵੀ ਸੰਸਾਰ ਦੇ ਵਿੱਚ ਫਸੇ ਹੋਣ ਦਾ ਅਨੁਭਵ, ਸੁੱਤੇ ਹੋਣ ਦਾ ਖਿਆਲ, ਉਹ ਤੁਹਾਨੂੰ ਲਗਾਤਾਰ ਬਣਿਆ ਰਿਹਾ ਨਾ, ਤਾਂ ਤੁਸੀਂ ਸੰਸਾਰ ਦੇ ਵਿੱਚ ਉਲਝੋਗੇ ਨਹੀਂ। ਅਤੇ ਬਹੁਤ ਸਹਿਜ ਹੈ ਇਹ, ਤੁਸੀਂ ਜਾਣੋਗੇ ਵੀ ਸੰਸਾਰ ਦੇ ਵਿੱਚ ਫਸਣ ਦਾ, ਉਲਝਣ ਦਾ ਕਿੰਨਾ ਦੁੱਖ ਹੈ, ਕਿੰਨੀ ਪਰੇਸ਼ਾਨੀ ਹੈ। ਅਤੇ ਤੁਸੀਂ ਉਸ ਪਰੇਸ਼ਾਨੀ 'ਚ ਦੁਬਾਰਾ ਨਹੀਂ ਜਾਓਗੇ ਸੰਸਾਰ ਦੇ। ਅਤੇ ਇਹ ਵਾਸਤਵਿਕ ਅਨੁਭਵ ਹੈ। ਸੱਤ ਦਾ ਅਨੁਭਵ ਤਾਂ ਝੂਠ ਦੇ ਛੱਡਣ ਤੋਂ ਬਾਅਦ ਹੁੰਦਾ ਹੈ, ਇਸ ਕਰਕੇ ਸੱਚ ਵਾਲੇ ਪਾਸੇ ਨੂੰ ਜਾਣ ਵਾਲੇ ਜ਼ਿਆਦਾ ਉਲਝੇ ਰਹਿੰਦੇ ਆ। ਪਰ ਝੂਠ ਦਾ ਅਨੁਭਵ ਪਹਿਲਾਂ ਹੋ ਸਕਦਾ ਹੈ, ਇਹ ਸਿਖਾਲਾ ਹੈ। ਇਹਦਾ ਪੂਰਾ ਪੂਰਾ ਅਨੁਭਵ ਹੋ ਗਿਆ, ਤੁਸੀਂ ਤਾਂ ਇਹਦੇ ਵਿੱਚ ਫਸੋਗੇ ਹੀ ਨਹੀਂ, ਅਤੇ ਤੁਸੀਂ ਆ ਜਾਓਗੇ ਸੱਚ ਦੇ ਅੰਦਰ।